ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, GGD ਕਾਲਜ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਭਾਈ ਵੀਰ ਸਿੰਘ ਦੀ ਕਵਿਤਾ ਕੇਲੋ ਦੇ ਗਲ ਲੱਗੀ ਵੇਲ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਕਵਿਤਾ ਨੂੰ BSc ਐਗਰੀਕਲਚਰ ਸਮੈਸਟਰ ਪਹਿਲੇ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਵਿਤਾ ਹੈ। ਹਾਏ ਨਾ ਤਰੀਕ ਸਾਨੂੰ, ਹਾਏ ਵੇ ਨਾ ਮਾਰ ਖਿੱਚਾਂ, ਹਾਏ ਨਾ ਵਿਛੋੜ ਗਲ ਲੱਗਿਆਂ ਨੂੰ ਪਾਪੀਆਂ। ਇਹ ਕਵਿਤਾ ਅਧਿਆਤਮਕ ਵਿਸ਼ੇ ਨਾਲ ਸੰਬੰਧਿਤ ਹੈ, ਜਿਸ ਵਿੱਚ ਵੇਲ ਦਾ ਮਾਨਵੀਕਰਨ ਕੀਤਾ ਗਿਆ ਹੈ। ਕਵਿਤਾ ਵਿੱਚ ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਦੀ ਹੈ। ਅਸਲ ਵਿੱਚ ਵੇਲ ਅਜਿਹਾ ਜਗਿਆਸੂ ਹੈ ਜਿਹੜਾ ਸੰਸਾਰੀ ਲੋਕਾਂ ਨੂੰ ਪ੍ਰਭੂ ਨਾਲੋਂ ਨਾ ਵਿਛੜਨ ਦੀ ਬੇਨਤੀ ਕਰਦਾ ਹੈ, ਕਿਉਂਕਿ ਉਸ ਦਾ ਅਸਲ ਆਧਾਰ ਪਰਮਾਤਮਾ ਹੀ ਹੈ। ਸੋ ਇਹਨਾਂ ਸਤਰਾਂ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਧੂ ਧੂ ਕੇ ਖਿੱਚਾ ਮਾਰ ਕੇ ਪ੍ਰੀਤਮ ਰੂਪੀ ਰੁੱਖ ਨਾਲੋਂ ਨਾ ਲਾਇਆ ਜਾਵੇ, ਉਸ ਨੂੰ ਆਪਣੇ ਪ੍ਰੀਤਮ ਦੇ ਗਲ ਲੱਗੀ ਨੂੰ ਨਾ ਵਿਛੋੜਿਆ ਜਾਵੇ, ਕਿਉਂਕਿ ਉਹ ਅਜਿਹਾ ਕਰਕੇ ਪਾਪ ਕਮਾ ਰਿਹਾ ਹੈ। ਉਹ ਆਪਣੇ ਪ੍ਰੀਤਮ ਨਾਲੋਂ ਵੱਖ ਹੋ ਕੇ ਜੀਵਤ ਨਹੀਂ ਰਹਿ ਸਕੇਗੀ। ਉਸ ਨਿਤਾਣੀ ਦਾ ਸਹਾਰਾ ਹੀ ਪ੍ਰੀਤਮ ਹੈ, ਇਸ ਲਈ ਉਸ ਦਾ ਆਸਰਾ ਖਤਮ ਕਰਕੇ ਪਾਪ ਨਹੀਂ ਕਮਾਉਣਾ ਚਾਹੀਦਾ। ਨੈਕਸਟ ਹੈ। ਹਾਏ ਨਾ ਤਣੁੱਕੇ ਮਾਰੀ, ਖਿੱਚ ਨਾ ਫਟੱਕੇ ਦੇ ਦੇ, ਵਰਿਆਂ ਦੀ ਲੱਗੀ ਸਾਡੀ ਤੋੜ ਨਾ ਸਰਾਪੀਆ। ਇਸ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਖਿੱਚਾਂ ਤੇ ਫਟੱਕੇ ਮਾਰਦਿਆਂ ਪ੍ਰੀਤਮ ਦੇ ਗਲ ਨਾਲੋਂ ਨਾ ਲਾਇਆ ਜਾਵੇ। ਉਸ ਦਾ ਸਰਾਪ ਤਾਂ ਮਾਰਿਆ ਹੋਇਆ ਹੈ, ਸ਼ਾਇਦ ਇਸੇ ਕਰਕੇ ਉਸ ਦੀ ਦੋਸਤੀ ਨੂੰ ਤੋੜ ਰਿਹਾ ਹੈ। ਉਹ ਉਸ ਨੂੰ ਪ੍ਰੀਤਮ ਨਾਲੋਂ ਵਿਛੋੜ ਕੇ ਪਾਪ ਕਮਾ ਰਿਹਾ ਹੈ, ਕਿਉਂਕਿ ਉਸ ਦੀ ਦੋਸਤੀ ਤਾਂ ਲੰਮੇ ਸਮੇਂ ਦੀ ਹੈ। ਉਸ ਦਾ ਆਪਣੇ ਪ੍ਰੀਤਮ ਬਿਨਾਂ ਕੋਈ ਆਸਰਾ ਨਹੀਂ ਹੈ, ਇਸ ਕਰਕੇ ਦੋ ਪ੍ਰੇਮੀਆਂ ਨੂੰ ਵਿਛੋੜ ਕੇ ਪਾਪ ਦਾ ਭਾਗੀ ਨਹੀਂ ਬਣਨਾ ਚਾਹੀਦਾ। ਨੈਕਸਟ ਹੈ। ਹਾਏ ਨਾ ਵਲੂੰਦਰੀ ਵੇ, ਸੁੱਟੀ ਨਾ ਉਤਾਰ ਪੁੰਜੇ, ਸੱਜਣ ਗਲੋਂ ਟੁੱਟੀਆਂ ਹੋ ਜਾਸਾਂ ਇਕਲਾਪੀਆਂ। ਭਾਈ ਵੀਰ ਸਿੰਘ ਜੀ ਇਸ ਵਿੱਚ ਕਹਿੰਦੇ ਨੇ, ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਪ੍ਰੀਤਮ ਭਾਵ ਪ੍ਰਭੂ ਦੇ ਗਲੇ ਨਾਲੋਂ ਉਤਾਰ ਕੇ ਜ਼ਮੀਨ ਉੱਤੇ ਨਾ ਸੁੱਟਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਉਸ ਦਾ ਸਰੀਰ ਜ਼ਖਮੀ ਤੇ ਲਹੂ ਲੁਹਾਨ ਹੋ ਜਾਵੇਗਾ। ਉਹ ਤਾਂ ਆਪਣੇ ਪ੍ਰੀਤਮ ਦੇ ਗਲ ਲੱਗ ਕੇ ਅਰਸ਼ੀ ਅਨੁਭਵ ਪ੍ਰਾਪਤ ਕਰ ਰਹੀ ਹੈ, ਅਰਥਾਤ ਉਹ ਸੰਸਾਰਕ ਨਹੀਂ, ਸਗੋਂ ਇਸ ਸੰਸਾਰ ਤੋਂ ਉੱਪਰ ਉੱਠੀ ਹੋਈ ਕੋਈ ਅਰਸ਼ੀ ਸਵਾਦ ਮਾਣ ਰਹੀ ਹੈ। ਪ੍ਰੀਤਮ ਦੇ ਗਲ ਨਾਲੋਂ ਲੈ ਕੇ ਉਹ ਇਕੱਲੀ ਰਹਿ ਜਾਵੇਗੀ ਅਤੇ ਇਸ ਹਾਲਤ ਵਿੱਚ ਉਹ ਇਕੱਲੀ ਨਹੀਂ ਰਹਿ ਸਕਦੀ। ਉਸ ਦਾ ਸਹਾਰਾ ਤਾਂ ਸਿਰਫ ਪ੍ਰੀਤਮ ਹੈ। ਨੈਕਸਟ ਹੈ। ਮੇਰੇ ਹੱਡ ਤਾਣ ਨਾਹੀਂ, ਸਕਾ ਨਾ ਖੜੋਏ ਪੈਰੀ, ਖੜੀ ਸੱਜਣ ਆਸਰੇ ਹਾਂ। ਇਸ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਖਿੱਚ ਕੇ ਪ੍ਰੀਤਮ ਦੇ ਗਲ ਨਾਲੋਂ ਨਾ ਲਾਇਆ ਜਾਵੇ, ਕਿਉਂਕਿ ਉਸ ਦੀਆਂ ਹੱਡੀਆਂ ਵਿੱਚ ਕੋਈ ਤਾਕਤ ਨਹੀਂ ਹੈ ਜਿਸ ਨਾਲ ਉਹ ਆਪਣੇ ਪੈਰਾਂ ਉੱਤੇ ਖੜੀ ਹੋ ਸਕੇ, ਅਰਥਾਤ ਉਸ ਵਿੱਚ ਪੈਰਾਂ ਉੱਤੇ ਖੜੇ ਹੋਣ ਦੀ ਤਾਕਤ ਨਹੀਂ ਹੈ। ਉਹ ਤਾਂ ਆਪਣੇ ਸੱਜਣ ਦੇ ਆਸਰੇ ਖੜੀ ਹੈ। ਉਹ ਤਾਂ ਕਮਜ਼ੋਰ ਹੈ ਤੇ ਉਸ ਦੇ ਮਾਪੇ ਨਹੀਂ ਹਨ।
ਇਸ ਕਰਕੇ ਉਸ ਨੂੰ ਉਸਦੇ ਪ੍ਰੀਤਮ ਨਾਲੋਂ ਵੱਖ ਨਾ ਕੀਤਾ ਜਾਵੇ। ਨੈਕਸਟ ਹੈ, ਪਿਆਰੇ ਨਾ ਵਿਛੋੜੀਏ ਵੇ, ਮਿਲੇ ਨਾ ਨਿਖੇੜੀਏ ਵੇ, ਆਸਰੇ ਨਾ ਤੋੜੀਏ ਵੇ, ਅਵੇ ਪਾੜੀਏ ਨਾ ਜੋੜੀਏ। ਇਸ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਖਿੱਚ ਕੇ ਪ੍ਰੀਤਮ ਦੇ ਗਲ ਨਾਲੋਂ ਲਾ ਕੇ ਨਾ ਵਿਛੋੜਿਆ ਜਾਵੇ। ਦੋ ਪਿਆਰ ਕਰਨ ਵਾਲਿਆਂ ਨੂੰ ਵੱਖ-ਵੱਖ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਮਿਲਿਆਂ ਨੂੰ ਨਖੇੜਨ ਦਾ ਪਾਪ ਨਹੀਂ ਕਮਾਉਣਾ ਚਾਹੀਦਾ। ਇਸ ਲਈ ਪਿਆਰਿਆਂ ਨੂੰ ਵਿਛੋੜਨਾ ਨਹੀਂ ਚਾਹੀਦਾ। ਇਸ ਨਾਲ ਪ੍ਰੇਮੀਆਂ ਦਾ ਦਿਲ ਲਹੂ ਲੁਹਾਨ ਹੋ ਜਾਂਦਾ ਹੈ। ਇਹ ਪ੍ਰੇਮ ਕਰਨ ਵਾਲੀਆਂ ਜੋੜੀਆਂ ਫਿਰ ਕਦੇ ਨਹੀਂ ਮਿਲ ਸਕਦੀਆਂ ਅਤੇ ਆਪਣੇ ਪੈਰਾਂ ਭਾਰ ਨਹੀਂ ਖੜੇ ਹੋ ਸਕਦੀਆਂ। ਨੈਕਸਟ ਹੈ, ਵਸਲ ਵੇਖ ਖਿੰਜੀਏ ਨਾ, ਅੱਡ ਘਰ ਰਿੰਜੀਏ ਨਾ, ਇੱਕ ਹੋਈਆਂ ਜਿੰਦਿਆਂ ਦੀਆਂ ਹੁੰਦੀਆਂ ਨਹੀਂਓ ਕੌੜੀਆਂ। ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਖਿੱਚ ਕੇ ਪ੍ਰੀਤਮ ਦੇ ਗਲ ਲੱਗੀ ਨੂੰ ਵੱਖ ਨਾ ਕੀਤਾ ਜਾਵੇ। ਇਸ ਹਾਲਤ ਵਿੱਚ ਉਹ ਆਪਣੇ ਪ੍ਰੀਤਮ ਨਾਲੋਂ ਵੱਖ ਹੋ ਜਾਵੇਗੀ ਅਤੇ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕੇਗੀ। ਕਦੇ ਵੀ ਪ੍ਰੇਮੀਆਂ ਦੇ ਮਿਲਾਪ ਵਿਚਕਾਰ ਅੜਚਣ ਨਹੀਂ ਪਾਉਣੀ ਚਾਹੀਦੀ ਅਤੇ ਇਹਨਾਂ ਨੂੰ ਵੱਖ ਕਰਕੇ ਖੁਸ਼ ਨਹੀਂ ਹੋਣਾ ਚਾਹੀਦਾ। ਇਹਨਾਂ ਦਰਮਿਆਨ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਇੰਜ ਇੱਕ ਮਿਕ ਹੋਈਆਂ ਜਿੰਦੜੀਆਂ ਬਹੁ ਗਿਣਤੀ ਵਿੱਚ ਨਹੀਂ ਹੁੰਦੀਆਂ। ਇਸ ਲਈ ਇਹਨਾਂ ਨੂੰ ਵੱਖ ਨਹੀਂ ਕਰਨਾ ਚਾਹੀਦਾ ਕਿਉਂਕਿ ਵੱਖ ਹੋਣ ਤੋਂ ਬਾਅਦ ਇਹਨਾਂ ਦੇ ਜੀਵਨ ਦਾ ਕੋਈ ਆਧਾਰ ਨਹੀਂ ਹੁੰਦਾ। ਨੈਕਸਟ ਹੈ, ਵਿੱਥ ਵਾਲੇ ਜੱਗ ਵਿੱਚ ਵਿੱਥਾਂ ਪਾਈਆਂ ਚੱਪੇ ਚੱਪੇ, ਅੱਡੋ ਅੱਡ ਸਭ ਕੋਈ ਜੋੜੀਆਂ ਨੀ ਥੋੜੀਆਂ। ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਖਿੱਚ ਕੇ ਪ੍ਰੀਤਮ ਦੇ ਗਲ ਨਾਲੋਂ ਲਾ ਕੇ ਨਾ ਵਿਛੋੜਿਆ ਜਾਵੇ। ਇਹ ਸੰਸਾਰ ਵਿੱਥਾਂ ਵਾਲਾ ਹੈ ਅਤੇ ਇਸ ਦੇ ਚੱਪੇ ਚੱਪੇ ਉੱਤੇ ਵਿੱਥਾਂ ਪਈਆਂ ਹੋਈਆਂ ਹਨ। ਇਸ ਸੰਸਾਰ ਵਿੱਚ ਹਰ ਕੋਈ ਵੱਖੋ ਵੱਖ ਦਿਖਾਈ ਦਿੰਦਾ ਹੈ ਅਤੇ ਜੋੜੀਆਂ ਬਹੁਤ ਥੋੜ੍ਹੀਆਂ ਵਿਖਾਈ ਦਿੰਦੀਆਂ ਹਨ। ਇਸ ਲਈ ਦੋ ਪ੍ਰੇਮੀਆਂ ਨੂੰ ਇੱਕ ਮਿਕ ਹਾਲਤ ਵਿੱਚੋਂ ਨਖੇੜਨਾ ਨਹੀਂ ਚਾਹੀਦਾ। ਭਾਵ ਪਿਆਰ ਕਰਨ ਵਾਲਿਆਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਨੂੰ ਨਖੇੜਿਆ ਨਾ ਜਾਵੇ। ਉਹਨਾਂ ਦੀ ਅਸਲੀ ਸ਼ਕਤੀ ਤਾਂ ਪ੍ਰਭੂ ਪ੍ਰੀਤਮ ਕਰਕੇ ਹੀ ਹੈ। ਨੈਕਸਟ ਹੈ, ਵਿੱਥਾਂ ਮੇਟ ਇੱਕ ਹੋਏ ਉਹਨਾਂ ਵੇ ਖਰੀਂਜਣਾ ਵੇ, ਬਾਹੀਂ ਗਲੇ ਲਿਪਟੀਆਂ ਨਾ ਚਾਹੀਏ ਕਦੇ ਤੋੜੀਆਂ। ਕੇਲੋ ਦੇ ਗਲ ਲੱਗੀ ਵੇਲ ਇਆਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਉਸ ਨੂੰ ਖਿੱਚ ਕੇ ਪ੍ਰੀਤਮ ਦੇ ਗਲ ਨਾਲੋਂ ਨਾ ਨਿਖੇੜਿਆ ਜਾਵੇ। ਦੋ ਪ੍ਰੇਮੀਆਂ ਨੂੰ ਮਿਲਾਪ ਦੀ ਹਾਲਤ ਵਿੱਚੋਂ ਨਖੇੜਨਾ ਨਹੀਂ ਚਾਹੀਦਾ। ਇਸ ਦੇ ਉਲਟ ਸੰਸਾਰਿਕ ਵਿੱਥਾਂ ਨੂੰ ਖਤਮ ਕਰਕੇ ਇੱਕ ਮਿਕ ਹੋਏ ਪ੍ਰੇਮੀਆਂ ਨੂੰ ਮਿਲਾਪ ਦੀ ਹਾਲਤ ਵਿੱਚੋਂ ਵੱਖ-ਵੱਖ ਨਹੀਂ ਕਰਨਾ ਚਾਹੀਦਾ, ਸਗੋਂ ਖੁਸ਼ ਹੋਣਾ ਚਾਹੀਦਾ ਹੈ। ਉਹਨਾਂ ਨੂੰ ਵੱਖ-ਵੱਖ ਕਰਕੇ ਪਾਪ ਨਹੀਂ ਕਮਾਉਣਾ ਚਾਹੀਦਾ। ਇੱਕ ਦੂਜੇ ਦੇ ਗਲ ਵਿੱਚ ਬਾਹਾਂ ਪਾ ਕੇ ਪਿਆਰ ਮਾਣ ਰਹੇ ਪ੍ਰੇਮੀਆਂ ਦੀਆਂ ਬਾਹਾਂ ਨੂੰ ਤੋੜ ਕੇ ਵੱਖ ਨਹੀਂ ਕਰਨਾ ਚਾਹੀਦਾ। ਧੰਨਵਾਦ।